खुदाम यसु मसीह के मुकद्दस जलाली से बाबरकत नाम में आपको सलाम, आपकी सलामती हो। मेरा और भाई गोल्डन सागर का सलाम आप जय मसीह जी साਰਿਆਂ ਨੂੰ। ਤੇ ਅੱਜ ਇੱਕ ਨਾ ਸਵਾਲ ਅਸੀਂ ਭਾਈ ਗੋਲਡਨ ਦੇ ਜ਼ਿਹਨ ਦੇ ਵਿੱਚ, ਦਿਲ ਦੇ ਵਿੱਚ ਉਹਨਾਂ ਨੂੰ ਥੋੜਾ ਪਰੇਸ਼ਾਨ ਕੀਤਾ ਸੀ ਤੇ ਉਹਨਾਂ ਮੇਰੇ ਤੋਂ ਪੁੱਛਿਆ ਤੇ ਅਸੀਂ ਸੋਚਦੇ ਹਾਂ ਕਿ ਕਲਾਮ ਦੀ ਰੋਸ਼ਨੀ ਚ ਉਹਨੂੰ ਵੇਖਦੇ ਹਾਂ। ਤੇ ਜੀ ਹਾਂਜੀ, ਮੈਂ ਜੈ ਮਸੀਹ ਜੀ ਸਾਰਿਆਂ ਨੂੰ ਜੀ। ਤੇ ਮੇਰੇ ਕੋਲੇ ਜੋ ਅੱਜ ਤਕਰੀਬਨ ਸਾਡੀ ਜੋ ਇਹ ਤੇ ਬੜੀ ਡੂੰਘੀ ਡਿਸਕਸ਼ਨ ਹੋਈ ਹੈ ਤੇ ਹੁਣ ਹੋਣ ਵੀ ਜਾਰੀ ਆ। ਮੈਨੂੰ ਤਾਂ ਕਲੀਅਰ ਜੋ ਮੇਰੇ ਕੁਐਸਚਨ ਆਨਸਰ ਸੀ ਉਹ ਤਾਂ ਮੈਨੂੰ ਕਲੀਅਰ ਹੋ ਗਏ ਨੇ, ਪਰ ਜੋ ਚੀਜ਼ ਅੱਜ ਮੈਨੂੰ ਨੌਲੇਜ ਮਿਲੀ ਹੈ ਜਾਂ ਜੋ ਅੱਜ ਮੈਨੂੰ ਇਨਕਰੀਜ਼ ਹੋਇਆ ਇਸ ਚੀਜ਼ ਦੇ ਵਿੱਚ, ਤੇ ਮੈਂ ਕਹਿੰਦਾ ਕਿ ਪਾਸਟਰ ਨਾਜੀਰ ਜੀ ਤੁਹਾਨੂੰ ਵੀ ਇਸ ਚੀਜ਼ ਬਾਰੇ ਚਾਨਣਾ ਪਾਣ। ਤੇ ਜੀ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਪਲੀਜ਼ ਮੱਤੀ 27 ਬਾਬ ਦੀ 46 ਐਤ ਨੂੰ ਜ਼ਰੂਰ ਪੜੋ ਜੀ। ਮੈਂ ਪੜਦਾ ਤੁਹਾਡੇ ਵਾਸਤੇ, 45 ਤੇ 46। ਦੁਪਹਿਰ ਵੇਲੇ ਹਨੇਰੇ ਨੇ ਸਾਰੇ ਦੇਸ਼ ਨੂੰ ਢੱਕ ਲਿਆ, ਜੋ ਕਿ ਤਕਰੀਬਨ 3 ਘੰਟੇ ਰਿਹਾ। ਤਕਰੀਬਨ 3 ਵਜੇ ਯਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ। ਇਸ ਦਾ ਮਤਲਬ ਸੀ, हे परमेश्वर, हे परमेश्वर, तू मैनू क्यों छड़ दिता। लिखा है कि 40वीं आयत में, और तीसरे पहर के करीब यीशु ने बड़ी आवाज से चिल्लाकर कहा, एली एली लिमा शबक्तनी, यानी ऐ मेरे खुदा तूने मुझे क्यों छोड़ दिया। बड़ा सोचने वाली बात है। यीशु मसीह को यही सवाल है आपका, क्यों छोड़ दिया? मेरा सवाल यही है जी कि जे परमेश्वर ਦਾ ਪੁੱਤਰ ਸੀਗਾ ਯਿਸੂ ਮਸੀਹ ਤੇ ਇੰਨੀ ਦੁੱਖ ਦੀ ਘੜੀ ਦੇ ਵਿੱਚ ਸਲੀਬ ਤੇ ਸੀਗਾ ਯਿਸੂ, ਹਨਾ, ਉਹਨੇ ਰੋ ਕੇ ਪੁਕਾਰਿਆ ਕਿ हे ਪ੍ਰਭੂ ਪਰਮੇਸ਼ਵਰ ਯਹੋਵਾ ਤੂੰ ਮੈਨੂੰ ਕਿਉਂ ਛੱਡ ਦਿੱਤਾ। ਗੱਲ ਤਾਂ ਬੜੀ ਨਾ ਗੌਰ ਕਰਨ ਵਾਲੀ ਕਿ ਖੁਦਾ ਮੁਹੱਬਤ ਦਾ ਖੁਦਾ ਹੈ, ਉਹ ਖੁਦ ਮੁਹੱਬਤ ਹੈ ਤੇ ਬੇਟੇ ਨੂੰ ਛੱਡ ਦਿੰਦਾ ਸਲੀਬ ਦੇ ਉੱਤੇ। ਗੌਰ ਕਰਨ ਵਾਲੀ ਗੱਲ ਹੈ। ਤੇ ਉਹ ਤੇ ਦੁਨੀਆ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਕਿਸੇ ਨੂੰ ਛੱਡਾਂਗਾ ਨਹੀਂ, ਤੂੰ ਕਿਵੇਂ ਛੱਡ ਦਿੰਦਾ ਹੈ। ਤੇ ਕਲਾਮੇ ਮੁਕੱਦਸ ਦੀ ਰੋਸ਼ਨੀ ਚ ਹੀ ਗੱਲ ਸਮਝਣੀ ਹੈ। ਮੈਂ ਇਸ ਗੱਲ ਨੂੰ ਥੋੜਾ ਜਿਹਾ ਬੇਸਿਕ ਤੌਰ ਤੇ ਲਿਆ ਕੇ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ। ਪਹਿਲੀ ਗੱਲ ਇਹ ਵੇ ਕਿ ਯਿਸੂ ਮਸੀਹ ਕਾਮਲ ਖੁਦਾ ਹੁੰਦਿਆਂ ਆ ਇੱਕ ਮੁਕੰਮਲ ਇਨਸਾਨ ਬਣਦੇ ਨੇ ਤਾਂ ਕਿ ਤੁਹਾਡੇ ਵਰਗੇ, ਮੇਰੇ ਵਰਗੇ ਉਹ ਬਣ ਸਕਣ। ਕਲਾਮੇ ਮੁਕੱਦਸ ਇਬਰਾਨੀਓ ਦੇ ਖੱਤ ਦੇ ਵਿੱਚ ਲਿਖਿਆ 4 ਬਾਬ ਦੀ 15 ਚ ਕਿ ਉਹ ਸਾਡੇ ਵਰਗਾ ਬਣਿਆ, ਸਾਡੇ ਵਰਗਾ ਰਿਹਾ ਤਾਂ ਕਿ ਸਾਡੇ ਗਮਾਂ ਨੂੰ ਸਮਝ ਸਕੇ ਤੇ ਸਾਡੇ ਗੁਨਾਹ ਆਪਣੇ ਉੱਤੇ ਲੈ ਲਵੇ। ਇਹ ਗੱਲ ਯਾਦ ਰੱਖਿਆ ਨੇ, ਉਹਨੇ ਗੁਨਾਹ ਕੀਤਾ ਕੋਈ ਨਹੀਂ, ਗੁਨਾਹ ਸਾਡੇ ਆਪਣੇ ਉੱਤੇ ਲੈ ਲੈ। ਜਿਹੜੇ ਸਾਡੇ ਪਾਪ ਸੀ, ਸਾਡੇ ਗੁਨਾਹ ਸੀ, ਉਹਨੇ ਆਪਣੇ ਸਿਰ ਲੈ ਲਏ। ਹਾਂਜੀ, ਇੱਥੇ ਗੱਲ ਮੈਂ ਹੋਰ ਦੱਸਣਾ। ਤੁਹਾਨੂੰ ਪਤਾ ਹੈ ਬਾਗੇ ਅਦਨ ਦੇ ਵਿੱਚ ਹਵਾ ਤੇ ਆਦਮ, ਹੈ ਨਾ, ਹਾਂਜੀ, ਹਵਾ ਤੇ ਆਦਮ ਬਾਗੇ ਅਦਨ ਕਿਉਂ ਕੱਢੇ ਗਏ? ਕਿਉਂਕਿ ਉਹਨਾਂ ਨੇ ਗੁਨਾਹ ਕੀਤਾ ਸੀਗਾ। ਜਿਹੜਾ ਪਰਮੇਸ਼ਵਰ ਨੇ ਉਹਨਾਂ ਨੂੰ ਫਲ ਖਾਣ ਵਾਸਤੇ ਕਿਹਾ ਸੀ ਕਿ ਆਹ ਦਰਖਤ ਤੋਂ ਜਾਂ ਆਹ ਪੇੜ ਤੋਂ ਤੁਸੀਂ ਫਲ ਨਹੀਂ ਖਾਣਾ। ਹਾਂ, ਤੇ ਕੱਢ ਦਿੱਤੇ ਗਏ। ਹਾਂਜੀ, ਕਿਉਂ ਕੱਢੇ ਗਏ? ਉਹਨਾਂ ਗੁਨਾਹ ਕੀਤਾ। ਕਿਉਂਕਿ ਉਹ ਗੁਨਾਹ ਕਰ ਲਿਆ ਸੀ ਨਾ, ਤੇ ਹੁਣ ਖੁਦਾ ਦੇ ਕੋਲ ਰਹਿ ਨਹੀਂ ਆ ਸਕਦੇ। ਠੀਕ ਹੈ, ਖੁਦਾ ਦੀ ਹਜ਼ੂਰ ਚ ਰਹਿਣੇ ਉਹਨੂੰ ਕੱਢ ਦਿੱਤਾ ਗਿਆ, ਹੈ ਨਾ। ਪਰ ਯਿਸੂ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ ਸੀ ਨਾ। ਹਾਂ ਜੀ, ਉਹੀ ਹੁਣ ਸਮਝ ਲਗੇ, ਯਿਸੂ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ ਸੀ। ਕਲਾਮੇ ਮੁਕੱਦਸ ਇਹ ਕਹਿੰਦਾ ਹੈ ਕਿ ਅਸੀਂ ਚਲੋ ਪੜ੍ਹਨੇ ਆ ਪਹਿਲੀ ਗੱਲ ਕਿ ਯਿਸੂ ਬੇਗੁਨਾਹ ਹੈ। ਯਿਸੂ ਬੇਗੁਨਾਹ, ਹਾਂਜੀ। ਦੂਸਰਾ ਕਰੰਥੀਓ 5 ਬਾਬ ਤੇ ਉਹਦੀ 21 ਆਇਤ। 21 ਆਇਤ, ਹਾਂਜੀ। ਦੇਖੋ ਹਾਂ ਕੀ ਲਿਖਿਆ ਉਹਦੀ 21 ਆਇਤ ਚ ਲਿਖਿਆ ਗਿਆ ਜੀ, ਯਿਸੂ ਵਿੱਚ ਕੋਈ ਗੁਨਾਹ ਨਹੀਂ ਸੀ, ਪਰ ਪਰਮੇਸ਼ਵਰ ਨੇ ਉਸ ਨੂੰ ਗੁਨਾਹ ਬਣਾ ਦਿੱਤਾ। ਪਰਮੇਸ਼ਵਰ ਨੇ ਇਹ ਸਾਡੇ ਲਈ ਕੀਤਾ ਸੀ ਤਾਂ ਜੋ ਉਸ ਰਾਹੀਂ ਅਸੀਂ ਪਰਮੇਸ਼ਵਰ ਨਾਲ ਧਰਮੀ ਬਣ ਸਕੀਏ। ਜੀ ਦੇਖੋ ਕੀ ਲਿਖਿਆ, ਯਿਸੂ ਦੇ ਵਿੱਚ ਕੋਈ ਗੁਨਾਹ ਨਹੀਂ ਸੀ, ਹੈ ਨਾ, ਤੇ ਯਿਸੂ ਨੇ ਉਹਨੂੰ ਗੁਨਾਹ ਬਣਾ ਦਿੱਤਾ ਸਾਡੇ ਵਾਸਤੇ। ਸੁਣੀਏ ਜੀ, ਕੀ ਲਿਖਿਆ, ਯਿਸੂ ਦੇ ਵਿੱਚ ਕੋਈ ਗੁਨਾਹ ਨਹੀਂ, ਲੇਕਿਨ ਖੁਦਾ ਬਾਪ ਨੇ ਉਹਨੂੰ ਸਾਡੇ ਵਾਸਤੇ ਗੁਨਾਹ ਬਣਾ ਦਿੱਤਾ ਤਾਂ ਕਿ ਸਾਡੀ ਕੀ ਕਰ ਸਕੇ, ਉਹ ਖਲਾਸੀ ਕਰਾ ਸਕੇ। ਹਾਂਜੀ, ਵੀ ਇਹ ਕਿੰਜ ਹੋਇਆ ਕਿ ਕਿਸ ਤਰ੍ਹਾਂ ਹੋਇਆ, ਫਿਰ ਅਸੀਂ ਗੱਲ ਕਰਾਂਗੇ। ਚਲੋ ਮੈਂ ਚਾਹੁੰਦਾ ਵਾਂ ਯਸਾਇਆ ਦੀ ਕਿਤਾਬ ਕੱਢੀ ਜਾਏ। ਹਾਂਜੀ, ਯਸਾਇਆ ਦੀ ਕਿਤਾਬ ਦੇ ਵਿੱਚੋਂ ਅਸੀਂ ਸਾਰੀ ਆਇਤਾਂ ਨਹੀਂ ਪੜ੍ਹਨੀਆਂ, ਤੁਸੀਂ ਪੜ੍ਹ ਸਕਦੇ ਹੋ ਯਸਾਇਆ ਦੀ ਕਿਤਾਬ ਦੇ 53 ਬਾਬ ਨੂੰ ਜਾਂ 53 ਬਾਬ ਨੂੰ ਤੁਸੀਂ ਪੜ੍ਹ ਸਕਦੇ ਹੋ। ਤੇ ਅਸੀਂ ਉਹਦੀ ਵੇਖਦੇ ਹਾਂ। ਪਹਿਲਾਂ ਅਸੀਂ 5ਵੀਂ ਆਇਤ ਵਿੱਚ ਪੜਾਂਗੇ। 53 ਦੀ 5ਵੀਂ आयत। हाँ जी, 5वीं आयत देखो है 53 है ना है। हालांकि वो हमारी खताओं के स्वभाव से घायल
किया गया और हमारी बदकिरदारी के बायस कुचला गया। पढ़ो कि लिखा है। ਪਰ ਉਸ ਨੂੰ ਸਾਡੀਆਂ ਬੁਰਾਈਆਂ ਦੀ ਸਜ਼ਾ ਮਿਲੀ, ਉਸ ਨੂੰ ਸਾਡੇ ਗੁਨਾਹਾਂ ਬਦਲੇ ਕੁਚਲਿਆ ਗਿਆ। ਅਸੀਂ ਉਹ ਕਿਹੜਾ ਜਿਹੜਾ ਸਾਡੇ ਸਿਰ ਸੀ, ਸਾਡੀ ਸਜ਼ਾ ਉਹ ਉਸ ਨੂੰ ਮਿਲੀਆਂ, ਅਸੀਂ ਉਸ ਦੀ ਸਜ਼ਾ ਕਾਰਨ ਹੀ ਸਿਹਤਬੰਦ ਹੋਏ ਸਾਂ, ਸਾਨੂੰ ਅਗੋਤਾ ਮਿਲੀ, ਮਾਫੀ ਮਿਲੀ ਤਾਂ ਉਸ ਦੇ ਦੁੱਖਾਂ ਕਾਰਨ। अगर जी छठी आयत में पढ़िए ना तो ये है, पर खुदावंद ने हम सब की बदकिरदारी उस पर लाद दी। आखिरी सितारे और ये है खुदावंद ने, खुदा बाप ने साडियां बदकारियां साडे गुनाह ਉਹਦੇ ਉੱਤੇ ਲੱਦ ਦਿੱਤੇ। 7ਵੀਂ ਆਇਤ ਇਹ ਹੈ ਕਿ ਜਿਵੇਂ ਭੇਡ ਨੂੰ ਬੱਕਰੀਆਂ ਲੈ ਜਾਂਦੇ ਨੇ ਜ਼ਬਾ ਕਰਨੇ ਉਂਝ ਲੈ ਗਿਆ ਉਹਨੂੰ। 8ਵੀਂ ਆਇਤ ਵਿੱਚ ਫਤਵਾ ਲਾ ਦਿੱਤਾ ਗਿਆ ਤੇ 9ਵੀਂ ਆਇਤ ਇਹ ਹੈ ਕਿ ਉਹਦੇ ਮੁਝ ਕੋਈ ਗੁਨਾਹ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ। 10ਵੀਂ ਆਇਤ ਲਿਖਦਾ ਖੁਦਾਵੰਦ ਨੂੰ ਪਸੰਦ ਆਇਆ। ਗੌਰ ਕਰੋ ਕੀ ਲਿਖਿਆ, ਖੁਦਾਵੰਦ ਨੂੰ ਪਸੰਦ ਆਇਆ ਕਿ ਉਹਨੂੰ ਕੁਚਲੇ। ਉਹਨੂੰ ਪਸੰਦ ਆਇਆ ਕਿ ਉਹਦੀ ਜਾਨ ਗੁਨਾਹ ਦੀ ਕੁਰਬਾਨੀ ਵਾਸਤੇ ਦੇਵੇ। ਯਿਸੂ ਮਸੀਹ ਦੀ ਜੋ ਬੇਗੁਨਾਹ ਹੈ, ਗੁਨਾਹ ਦੀ ਕੁਰਬਾਨੀ ਵਾਸਤੇ ਕੀ ਕਰੇ, ਉਹਦੀ ਜਾਨ ਨੂੰ ਦੇਵੇ ਤਾਂ ਕਿ ਆਪਣੀ ਨਸਲ ਨੂੰ ਉਹ ਵੇਖ ਸਕੇ। ਫਿਰ ਇੱਥੇ ਲਿਖਿਆ 10ਵੀਂ ਤੇ 12ਵੀਂ ਆਦਿ ਲਿਖਿਆ ਕਿ ਉਹ ਸਾਡੀ ਖਤਾਵਾਂ ਦੇ ਨਾਲ, क्योंकि उसने अपनी जान मौत के लिए अंडेल दी और वो खताकारों के साथ शुमार किया गया। खताकार नहीं, खताकारों के नाल शुमार किया गया, तो भी उसने बहुतों के गुनाह उठा लिए और खताकारों की शफाअत की। ਹੁਣ ਜੋ ਮੈਨੂੰ ਗੱਲ ਸਮਝ ਪੈ ਰਹੀ ਹੈ ਕਿ ਪ੍ਰਭੂ ਯਸੂ ਨੇ ਕੋਈ ਗੁਨਾਹ ਨਹੀਂ ਸੀ ਕੀਤਾ, ਸਾਡੇ ਪਾਪ ਸਾਡੇ ਗੁਨਾਹ ਪਰਮੇਸ਼ਵਰ ਨੇ ਉਹਦੇ ਤੇ ਪਾ ਦਿੱਤੇ, ਔਰ ਜੋ ਪਰਮੇਸ਼ਵਰ ਹੈ ਉਹ ਗੁਨਾਹ ਨੂੰ ਨਹੀਂ ਦੇਖਦਾ, ਉਹ ਮੂੰਹ ਵੱਟ ਲੈਂਦਾ। ਅੱਗੇ ਗੱਲ ਅਸੀਂ ਪੜ੍ਹਨੇ ਆ ਕਲਾਮੇ ਕੋਲ ਲਿਖਿਆ ਹੈ, ਇੱਕ ਹੋਰ ਚੀਜ਼ ਵੇਖਾਂਗੇ, ਲਿਖਿਆ गुनाह की मजदूरी मौत है। रूमी 6 बाब की 23 है, गुनाह की मजदूरी मौत। ठीक है, हुण यशायाह दी किताब दे 59 ਬਾਬ ਦੇ ਵਿੱਚ 59 ਹਾਂਜੀ, ਔਰ ਉਹਦੀ ਦੂਸਰੀ ਆਇਤ ਵੇਖਦੇ ਆ ਤੇ ਕੀ ਲਿਖਿਆ, ਦੂਸਰੀ ਆਇਤ। ਅੱਛਾ ਜੀ, ਪਰ ਤੁਹਾਡੇ ਪਾਪ ਤੁਹਾਨੂੰ ਤੁਹਾਡੇ ਪਰਮੇਸ਼ਵਰ ਕੋਲੋਂ ਦੂਰ ਰੱਖਦੇ ਹਨ, ਯਹੋਵਾ ਤੁਹਾਡੇ ਪਾਪ ਨੂੰ ਵੇਖਦਾ ਹੈ ਤਾਂ ਉਹ ਤੁਹਾਡੇ ਕੋਲੋਂ ਮੂੰਹ ਮੋੜ ਲੈਂਦਾ ਹੈ। ਵੇਖੋ ਜੀ ਕੀ ਲਿਖਿਆ, ਯਹੋਵਾ ਕੀ ਕਰਦਾ, ਸਾਡੇ ਪਾਪ ਨੂੰ ਵੇਖਦਾ ਤੇ ਫਿਰ ਸਾਡੇ ਤੋਂ ਕੀ ਕਰਦਾ, ਮੂੰਹ ਮੋੜ ਲੈਂਦਾ ਹੈ। ਕਿਉਂ? ਇੱਥੇ ਕਲਾਮੇ ਮੁਕੱਦਸ ਦੀ ਗੱਲ ਹੀ ਮੈਂ ਚਾਹਨਾ ਹੁਣ ਵੇਖੀਏ। ਕਲਾਮੇ ਮੁਕੱਦਸ ਦੇ ਵਿੱਚ ਹਬਕੂਕ ਦੀ ਕਿਤਾਬ ਪਹਿਲਾ ਬਾਪ ਤੇ ਉਹਦੀ 13ਵੀਂ ਆਇਤ ਹੈ, खुदावंद तेरी आंखें ऐसी पाक है कि तू बदी को देख नहीं सकता। खुदा की ये वो पाक है, पकीज़ा है, मुकद्दस है ते बदी ਨੂੰ ਵੇਖ ਨਹੀਂ ਸਕਦਾ। ਅਸਾਂ ਕਲਾਮੇ ਮੁਕੱਦਸ ਦੇ ਵਿੱਚੋਂ ਇਹ ਵੇਖਿਆ ਹੈ ਕਿ ਯਿਸੂ ਮਸੀਹ ਦੇ ਉੱਤੇ ਖੁਦਾ ਨੇ ਸਾਡੇ ਸਾਰੇ ਲੋਕਾਂ ਦੇ ਗੁਨਾਹ ਲੱਦ ਦਿੱਤੇ, ਹੈਨਾ। ਜਦੋਂ ਲੱਦ ਦਿੱਤੇ ਤੇ ਉਹ ਬਦੀ ਬਣ ਗਿਆ। ਉਹ ਗੁਨਾਹਗਾਰ ਨਹੀਂ ਬਣਿਆ, ਬਦਕਾਰ ਨਹੀਂ ਬਣਿਆ, ਉਹਨੇ ਗੁਨਾਹ ਨਹੀਂ ਕੀਤਾ, ਲੇਕਿਨ ਉਹ ਬਦੀ ਬਣ ਗਿਆ। ਉਹਨੇ ਸਾਡੇ ਵਰਗਾ ਜਿਸਮ ਲੈ ਲਿਆ। ਦੇਖੋ ਜੀ ਰੋਮੀਓ 8 ਬਾਬ ਦੀ 3 ਆਇਤ ਪੜ੍ਹਨੇ ਆ, ਤੁਸੀਂ ਇਹ ਨਹੀਂ ਲਿਖਿਆ ਉਹਨੇ ਸਾਡੇ ਵਰਗਾ ਜਿਸਮ ਲੈ ਲਿਆ ਸੀ ਤੇ ਉਹ ਸਾਰੇ ਗੁਨਾਹ ਜਦੋਂ ਉਹਦੇ ਤੇ ਆ ਗਏ ਤੇ ਫਿਰ ਗੁਨਾਹ ਦੀ ਉਹ ਇਬਰਤ ਨੂੰ, ਉਸ ਬੜੀ ਗਨੌਣੀ ਸ਼ਕਲ ਨੂੰ ਜਿਹੜੀ ਯਿਸੂ ਮਸੀਹ ਦੇ ਉੱਤੇ ਬਣ ਗਈ ਤੇ ਉਸ ਵਕਤ ਖੁਦਾ ਨੂੰ ਵੇਖ ਸਕਿਆ ਤੇ ਉਹਨੇ ਆਪਣਾ ਚਿਹਰਾ ਹਟਾ ਲਿਆ, ਆਪਣੀ ਅੱਖਾਂ ਬੰਦ ਕਰ ਲਈਆਂ ਕਿ ਉਹਨੂੰ ਨਾ ਗੁਨਾਹ ਨੂੰ ਨਾ ਵੇਖ ਸਕੇ, ਕਿਉਂਕਿ ਇਹ ਗੁਨਾਹ ਦੀ ਮਜ਼ਦੂਰੀ ਮੌਤ ਹੈ। ਇਹ ਗੱਲ ਜਿਹੜੀ ਹੈ ਨਾ, ਇਸ ਵਾਸਤੇ ਉਹਨੇ ਉੱਥੋਂ ਨਾ ਗੱਲ ਇਹ ਕੀਤਾ। ਹੁਣ ਸਾਡੇ ਗੁਨਾਹ ਤਾਂ ਤੇ ਖੁਦਾ ਸਾਨੂੰ ਪਿਆਰ ਕਰਦਾ, ਤਾਂ ਸਾਨੂੰ ਵੇਖਦਾ ਹੈ, ਕਿਉਂਕਿ ਸਾਡੇ ਗੁਨਾਹ ਦੀ ਯਿਸੂ ਦੇ ਵਿੱਚ ਉਹਨੇ ਆਲਰੇਡੀ ਮਾਫੀ ਸਾਨੂੰ ਦੇ ਛੜੀ ਹੈ ਨਾ। ਤੇ ਵੇਖੋ ਕੀ ਲਿਖਿਆ ਇੱਥੇ, ਗੁਨਾਹ ਨੂੰ ਨਹੀਂ ਵੇਖ ਸਕਦੇ। ਬਹੁਤ ਵਧੀਆ ਤੁਹਾਡਾ ਅੱਜ ਤੁਹਾਡਾ ਮੈਸੇਜ ਸੀਗਾ, ਮੇਰੇ ਤਾਂ ਦਿਮਾਗ 'ਚ ਪੈ ਗਿਆ ਜੀ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕ੍ਰਿਸਚੈਨਿਟੀ ਨੂੰ ਲੈ ਕੇ ਜਿਹੜੀ ਚੀਜ਼ ਉੱਠਦੀ ਹੈ, ਕਿਉਂਕਿ ਦੇਖੋ ਮੈਂ ਹੈਗਾ ਕਨਵਰਟਡ ਕ੍ਰਿਸਚਨ ਜੀ, ਠੀਕ ਹੈ ਨਾ। ਤੇ ਇਹ ਚੀਜ਼ਾਂ ਜਿਹੜੀਆਂ ਵੀ ਸਾਡੇ ਅਸੀਂ ਕਨਵਰਟਡ ਕ੍ਰਿਸਚਨ ਭੈਣ ਭਾਈ ਆ, ਸਾਡੇ ਨਾ ਜਹਿਨ ਦੇ ਵਿੱਚ ਸਾਡੇ ਦਿਮਾਗ 'ਚ ਬਥੇਰੇ ਕੁਐਸਚਨ ਉੱਠਦੇ ਆ, ਤੇ ਉਹ ਟਾਈਮ ਦੇ ਮੁਤਾਬਕ ਜੇ ਉਹ ਕਲੀਅਰਫਾਈ ਹੋ ਜਾਂਦੇ ਤਾਂ ਸਾਡੇ ਮਨਾਂ ਨੂੰ ਸ਼ਾਂਤੀ, ਸਾਡੇ ਮਨਾਂ ਨੂੰ ਇੱਕ ਖੁਸ਼ੀ ਮਿਲਦੀ ਹੈ ਕਿ ਅਸੀਂ ਇੱਕ ਜ਼ਿੰਦਾ ਪਰਮੇਸ਼ਵਰ ਪਿੱਛੇ ਹੈਗੇ ਤੇ ਉਹਦੀ ਇੱਕ ਰੀਜ਼ਨ ਹੈ, ਉਹਦੇ ਸਵਾਲਾਂ ਦਾ ਜਵਾਬ ਸਾਰਾ ਕੁਝ ਬਾਈਬਲ ਕਲਾਮੇ ਮੁਕੱਦਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਹੈਗਾ। ਤੇ ਮੈਂ ਧੰਨਵਾਦ ਕਰਦਾ ਪਾਸੇ ਨਜ਼ੀਰ ਜੀ ਤੁਹਾਡਾ, ਜੋ ਤੁਸੀਂ ਬੜੀ ਹੀ ਵਧੀਆ
ਸਬੱਬੇ ਢੰਗ ਨਾਲ ਤੁਸੀਂ ਮੈਨੂੰ ਇਸ ਚੀਜ਼ ਦਾ ਆਨਸਰ ਦਿੱਤਾ ਔਰ ਮੇਰੇ ਅੰਦਰੋਂ ਜਿਹੜਾ ਇੱਕ ਬੋਝ ਸੀਗਾ ਉਹ ਤੁਸੀਂ ਸਾਫ਼ ਕੀ ਕੀਤਾ। ਬਾਤ। Thank ਹੁਣ you. ਮੇਰੇ ਗੁਨਾਹ, ਤੁਹਾਡੇ ਗੁਨਾਹ, ਸਾਰੀ ਦੁਨੀਆ ਦੇ ਗੁਨਾਹ, ਤੁਹਾਡੇ ਗੁਨਾਹ, ਮੇਰੇ ਗੁਨਾਹ ਯਿਸੂ ਮਸੀਹ ਦੇ ਵਿੱਚ ਕੀ ਹੋ ਗਏ ਨੇ, ਔਰ ਤੋਂ ਖੁਦਾ ਨੇ ਨਜ਼ਰ ਹਟਾ ਲਈਏ। ਤੇ ਹੁਣ ਸਾਨੂੰ ਖੁਦਾ ਵੇਂਦਾ ਕੀ ਹੈ, ਮੈਂ ਚਾਹਨਾ ਉਹ ਚੀਜ਼ ਵੇਖੀਏ। ਲਿਖਿਆ ਗੁਨਾਹ ਦੀ ਮਜ਼ਦੂਰੀ ਮੌਤ ਹੈ, ਰੋਮੀਓ 6 ਬਾਬ ਦੀ 23 ਆਇਤ ਚ ਲਿਖਿਆ ਹੈ, गुनाह की मजदूरी मौत है, कटो जरा, लेकिन हमारे खुदावंद यीशु मसीह में हमेशा की बख्शिश है। गुनाह की मजदूरी मौत है, मगर खुदा, पढ़ो जी 6 बाब ਦੀ 23 ਆਇਤ ਚ, ਹਾਂਜੀ ਗੁਨਾਹ ਦੀ ਮਜ਼ਦੂਰੀ ਮੌਤ ਹੈ। ਹਾਂਜੀ ਤੁਹਾਡੇ ਪਾਪਾਂ ਦੀ ਤਨਖਾਹ ਮੌਤ ਹੈ, ਪਰ ਪਰਮੇਸ਼ਵਰ ਆਪਣੇ ਮਨੁੱਖਾਂ ਨੂੰ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਮੁਕਤ ਦਾਤ ਦੀ ਤਰ੍ਹਾਂ ਤਸੀਵੀ ਜੀਵਨ ਦਿੰਦਾ ਹੈ। ਹੁਣ ਕਿਉਂਕਿ ਉਹ ਸਾਡੇ ਵਰਗਾ ਬਣ ਕੇ ਤੇ ਸਾਡੇ ਗੁਨਾਹਾਂ ਨੂੰ ਉੱਤੇ ਲੈ ਲਿਆ ਉਹਨੇ, ਤੇ ਸਾਨੂੰ ਉਸ ਮੌਤ ਤੋਂ, ਜਿਹੜੀ ਦੂਜੀ ਮੌਤ ਹੈ, ਉਹ ਤੋਂ ਬਚਾ ਲਿਆ ਹੈ। ਤੇ ਹੁਣ ਸਾਨੂੰ ਉਹ ਰਾਸਤਬਾਜ਼ੀ ਦਿੰਦਾ ਹੈ, ਸਾਨੂੰ ਆਪਣੀ ਅਬਦੀ ਜ਼ਿੰਦਗੀ ਦਿੰਦਾ ਹੈ, ਤਾਂ ਕਿ ਅਸੀਂ ਦੂਜੀ ਮੌਤ ਨਾ ਜਾਈਏ। ਤੇ ਇਹ ਗੱਲ ਇਤਨੀ ਇਸ ਵਾਸਤੇ ਖੁਦਾ ਅਗਰ ਚੱਕਰ ਤੋਂ ਪਿਆਰ ਕਰਦਾ ਸੀ, ਲੇਕਿਨ ਗੁਨਾਹ ਨੂੰ ਤੇ ਨਹੀਂ ਨਾ ਪਿਆਰ ਕਰਦਾ। ਅਗਰ ਤੁਹਾਡੀ ਜ਼ਿੰਦਗੀ 'ਚ ਗੁਨਾਹ ਹੈ, ਅਗਰ ਮੇਰੀ ਜ਼ਿੰਦਗੀ 'ਚ ਗੁਨਾਹ ਹੈ, ਸਾਡੀ ਜ਼ਿੰਦਗੀ 'ਚ ਬਦਕਾਰੀਆਂ ਨੇ, ਬੁਰਾਈਆਂ ਨੇ, ਅਗਰ ਅਸੀਂ ਛੱਡਦੇ ਨਹੀਂ ਤੇ ਸਾਡੇ ਤੋਂ ਖੁਦਾ ਦੂਰ ਹੀ ਰਹਿਣਾ। ਇਹਨੂੰ ਛੱਡਣ ਦੀ ਜ਼ਰੂਰਤ ਹੈ, ਨਫ਼ਰਤ ਨੂੰ ਕੱਢਣ ਦੀ ਜ਼ਰੂਰਤ ਹੈ, ਜ਼ਨਾਕਾਰੀ ਨੂੰ ਕੱਢਣ ਦੀ ਜ਼ਰੂਰਤ ਹੈ, ਚੋਰੀ ਨੂੰ ਕੱਢਣ ਦੀ ਜ਼ਰੂਰਤ ਹੈ, ਸਾਨੂੰ ਲਾਲਚ ਨੂੰ ਕੱਢਣ ਦੀ ਜ਼ਰੂਰਤ ਹੈ, ਸਾਨੂੰ ਹਰ ਤਰ੍ਹਾਂ ਦੀ ਬੁਰਾਈ ਨੂੰ, ਗਾਲੀ ਗਲੋਚ ਨੂੰ, ਨਸ਼ੇਬਾਜ਼ੀ ਨੂੰ ਛੱਡਣ ਦੀ ਜ਼ਰੂਰਤ ਹੈ, ਕੱਢਣ ਦੀ ਜ਼ਰੂਰਤ ਹੈ ਨਾ। ਸਾਨੂੰ ਉਹ ਸਾਰੀਆਂ ਮਹਿਫਲਾਂ ਛੱਡ ਦੇਣ ਦੀ ਜ਼ਰੂਰਤ ਹੈ ਜਦੋਂ ਸਾਨੂੰ ਬੁਰਾਈਆਂ ਲੈ ਜਾਂਦੀਆਂ ਨੇ, ਹਨਾ। ਸਾਨੂੰ ਯਿਸੂ ਮਸੀਹ 'ਚ ਆ ਕੇ ਤੇ ਉਹਦੇ ਵਿੱਚ, ਕਿਉਂਕਿ ਉਹਨੇ ਤੋਂ ਸਜ਼ਾ ਪਾ ਕੇ ਸਾਨੂੰ ਆਪਣੀ ਜ਼ਿੰਦਗੀ ਦੇ ਛੜੀਏ। ਤੇ ਜੇ ਅਸੀਂ ਉਧਰ ਜਾਂਦੇ ਹੀ ਨਹੀਂ, ਛੱਡਦੇ ਨਹੀਂ, ਤੇ ਕਿਵੇਂ ਅਸੀਂ ਜ਼ਿੰਦਗੀ ਪਾਵਾਂਗੇ? ਹੁਣ ਸਾਡੀ ਤੇ ਸਾਨੂੰ ਖੁਦਾ ਵੇਖੇਗਾ ਹੀ ਨਹੀਂ ਫਿਰ। ਸਾਡੀ ਡਿਊਟੀ ਹੈ ਕਿ ਅਸੀਂ ਪ੍ਰਭੂ ਯਿਸੂ ਮਗਰ, ਉਹਦੇ ਵਚਨਾਂ ਮਗਰ, ਉਹਦੇ ਵਚਨਾਂ ਦੇ ਮੁਤਾਬਕ ਜ਼ਿੰਦਗੀ ਜੀਏ। ਇਹ ਸਾਡੀ ਜ਼ਰੂਰਤ ਹੈ। ਖੁਦਾਵੰਦ ਤੁਹਾਨੂੰ ਬਰਕਤ ਦੇਵੇ। ਤੇ ਖੁਦਾ ਹੁਣ ਤੁਹਾਨੂੰ ਕਹਿੰਦਾ ਹੈ, ਕਿਉਂਕਿ ਯਿਸੂ ਮਸੀਹ ਨੂੰ ਉਹਨੇ ਨਹੀਂ ਸੀ ਵੇਖਿਆ ਗੁਨਾਹ ਦੇ ਵਿੱਚ, ਜਦੋਂ ਗੁਨਾਹ ਉਹਦੇ ਉੱਤੇ ਲੱਦਿਆ ਗਿਆ ਸੀ, ਤੁਹਾਨੂੰ ਕਹਿੰਦਾ ਤਾਂ ਕਿ ਯਿਸੂ ਮਸੀਹ ਦੇ ਵਿੱਚ ਹੋ, ਤੇ ਉਹ ਤੁਹਾਨੂੰ ਅਬਦੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਆਈਏ ਅਸੀਂ ਯਿਸੂ ਮਸੀਹ ਵਿੱਚ ਰਹੀਏ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।